ਗੁਰਬਾਣੀ ਸੰਵਾਦ ਵਿਦ ਭਾਈ ਜਸਬੀਰ ਸਿੰਘ ਤੇ ਕੈਨੇਡੀਅਨ ਸਿੱਖ ਸਟੱਡੀ ਸੈਂਟਰ ਦੇ ਸਾਰੇ ਦੇਖਣ ਵਾਲੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਚੈਨਲ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਗੁਰਬਾਣੀ ਦੇ ਵਿੱਚ ਜਿਹੜੇ ਗੁੱਝੇ ਭੇਦ ਆ ਉਹਨਾਂ ਨੂੰ ਖੋਲ੍ਹਣ ਦੀ। ਜਿਹੜੇ ਸਾਡੇ ਕੋਲ ਸਵਾਲ ਆਉਂਦੇ ਆ ਅਸੀਂ ਉਹਨਾਂ ਦੇ ਜਵਾਬ ਵੀ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਸ਼ੁਕਰਗੁਜ਼ਾਰ ਹਾਂ ਸਾਰੇ ਦਰਸ਼ਕਾਂ ਦਾ ਜਿਹੜੇ ਦੇਖਦੇ ਆ, ਲਾਈਕ ਕਰਦੇ ਆ, ਸਬਸਕ੍ਰਾਈਬ ਕਰਦੇ ਆ ਤੇ ਸ਼ੇਅਰ ਵੀ ਕਰਦੇ ਆ। ਇਹਦੇ ਵਿੱਚ ਮੇਰਾ ਸਾਥ ਦੇ ਰਹੇ ਆ ਭਾਈ ਜਸਬੀਰ ਸਿੰਘ ਜੀ। ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਿੱਛੇ ਜੇ ਸੰਕਟ ਮੋਚਨ ਦੇ ਉੱਤੇ ਖਤਮ ਕੀਤਾ ਸਾਰੇ ਆਪਣੇ, ਤੇ ਕਾਫੀ ਲੋਕਾਂ ਨੇ ਉਹਨੂੰ ਲਾਈਕ ਕੀਤਾ, ਦੇਖਿਆ। ਅੱਜ ਅਸੀਂ ਇੱਕ ਹੋਰ ਇਸ਼ੂ ਹੈ ਜਿਹੜਾ ਕਿ ਅਸੀਂ ਗੱਲ ਕਰਨੀ ਚਾਹੁੰਦੇ ਹਾਂ, ਜਿਹੜਾ ਸਾਨੂੰ ਕੁਐਸਚਨ ਵੀ ਆਇਆ। ਉਹ ਕੁਐਸਚਨ ਸਪੈਸ਼ਲੀ ਲੈ ਕੇ ਤਾਂ ਆਇਆ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ ਜਿਹੜਾ 12 ਤੋਂ ਵਧੇਕ ਹੈ, 1427 ਤੇ 27ਵਾਂ ਸ਼ਲੋਕ ਹੈ ਮੇਰੇ ਖਿਆਲ, ਕਿ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ। ਇਹ ਵਾਲਾ ਸ਼ਲੋਕ ਜੀ ਇਹਦੇ ਵਿੱਚ ਉਹਨਾਂ ਦਾ ਕੁਐਸਚਨ ਇੱਥੋਂ ਉੱਠਦਾ ਕਿ ਬਈ ਸਾਨੂੰ ਇਹਦੇ ਤੇ ਐਕਸਪਲੇਨ ਕਰੋ ਕਿ ਇਹ ਸੁੱਖ ਦੁੱਖ ਤੇ ਸ਼ਰਨ ਆਣਾ ਜਾਂ ਕੀ ਹੈ। ਇਹ ਸਾਰੀ ਚੀਜ਼ ਨੂੰ ਡਿਟੇਲ ਵਿੱਚ ਐਕਸਪਲੇਨ ਕਰੋ, ਇਹਦੇ ਬਾਰੇ ਕੁਐਸਚਨ ਰੱਖਿਆ। ਸੋ ਇਹਨੂੰ ਜਿੱਦਾਂ ਅਸੀਂ ਗੱਲ ਕਰ ਰਹੇ ਸੀ ਕਿ ਅਸੀਂ ਕੋਸ਼ਿਸ਼ ਕਰਾਂਗੇ ਇਹ, ਕਿਉਂਕਿ ਇਹਦੇ ਵਿੱਚ ਕਾਫੀ ਪਹਿਲੂ ਛੁਪੇ ਹੋਏ ਆ ਜੀ। ਸੋ ਅੱਜ ਅਸੀਂ ਜਿਹੜਾ ਇਹਦੀ ਗੁਰਬਾਣੀ ਦੀ ਸ਼ਬਦਾਵਲੀ ਹੈ ਉਹਦੇ ਉੱਤੇ ਕੰਸਨਟਰੇਟ ਕਰਾਂਗੇ ਕਿ ਗੁਰਬਾਣੀ ਵਿੱਚ ਜਦੋਂ ਵਰਡਸ ਯੂਜ਼ ਕੀਤੇ ਜਾਂਦੇ ਉਹਦਾ ਦੇ ਮੀਨਿੰਗ ਕਿੱਦਾਂ ਸਮਝਣੇ ਆ, ਕਿੱਦਾਂ ਲੈਣੇ ਆ, ਇਹਦੇ ਬਾਰੇ ਜੀ ਤੇ ਕਰੋ ਪਹਿਲੇ ਦਾ। ਹਾਂਜੀ ਜੀ, ਜਿੱਦਾਂ ਤੁਸੀਂ ਦੱਸ ਹੀ ਦਿੱਤਾ ਸ਼ੁਰੂ ਵਿੱਚ ਹਾਂਜੀ ਕਿ ਜਿਹੜੀ ਇਹ ਪਾਵਨ ਪੰਕਤੀ ਹੀ ਨਹੀਂ ਬਲਕਿ ਗੁਰਬਾਣੀ ਦੀਆਂ ਬਹੁਤ ਸਾਰੀਆਂ ਹੋਰ ਅਜਿਹੀਆਂ ਪੰਕਤੀਆਂ, ਅਜਿਹੇ ਫਰਮਾਨ ਆ ਜਿਨ੍ਹਾਂ ਨੂੰ ਗੁਰਬਾਣੀ ਵਿੱਚ ਜਿਹੜੀ ਵਰਤੀ ਗਈ ਸ਼ਬਦਾਵਲੀ ਆ, ਟਰਮੀਨੋਲੋਜੀ ਹੈ ਜਿਹੜੀ, ਜੇਕਰ ਅਸੀਂ ਉਹਨੂੰ ਗੁਰਬਾਣੀ ਵਿੱਚੋਂ ਨਹੀਂ ਸਮਝਦੇ ਤਾਂ ਭੁਲੇਖਾ ਲੱਗਣ ਦੀ ਸੰਭਾਵਨਾ ਜਿਹੜੀ ਹੈ ਉਹ ਬਣੀ ਰਹਿੰਦੀ ਆ। ਬਿਲਕੁਲ। ਗੁਰਬਾਣੀ ਦੇ ਬਹੁਤ ਸਾਰੇ ਸ਼ਬਦ ਆ, ਇਹੀ ਨਹੀਂ ਹੋਰ ਬਹੁਤ ਸਾਰੇ ਸ਼ਬਦ ਆ ਜਿਨ੍ਹਾਂ ਨੂੰ ਜਿਹੜੀ ਪਰਿਭਾਸ਼ਿਕ ਸ਼ਬਦਾਵਲੀ ਬਾਣੀ ਦੀ ਧਿਆਨ ਵਿੱਚ ਨਾ ਰੱਖਣ ਕਾਰਨ ਹੀ ਉਹਨਾਂ ਦਾ ਜੋ ਭਾਵ ਆ ਉਹ ਸਮਝਣ ਦੀ ਬਜਾਏ ਕੁਝ ਅਸੀਂ ਹੋਰ ਹੀ ਸਮਝੀ ਬੈਠੇ ਹਾਂ ਜਾਂ ਸਮਝਾਇਆ ਜਾ ਰਿਹਾ। ਤੋ ਇਸ ਲਈ ਇਹ ਜ਼ਰੂਰੀ ਹੈ ਪਹਿਲਾਂ ਕਿ ਅਸੀਂ ਜਿਹੜੇ ਦਰਸ਼ਕ ਆ ਅਸੀਂ ਘੱਟੋ ਘੱਟ ਉਹਨਾਂ ਤੱਕ ਗੁਰਬਾਣੀ ਨੂੰ ਸਮਝਣ ਲਈ ਜਿਹੜੇ ਪਹਿਲੂ ਧਿਆਨ ਵੀ ਰੱਖਣ ਦੀ ਲੋੜ ਆ, ਉਹਨਾਂ ਵਿੱਚੋਂ ਜਿਹੜਾ ਇੱਕ ਇਹ ਵੀ ਵਿਸ਼ੇਸ਼ ਪਹਿਲੂ ਆ ਜਿਹਦੇ ਵੱਲ ਤੁਸੀਂ ਧਿਆਨ ਦਿਵਾਇਆ ਕਿ ਗੁਰਬਾਣੀ ਦੀ ਜਿਹੜੀ ਸ਼ਬਦਾਵਲੀ ਆ ਉਹਨੂੰ ਜਿਹੜਾ ਸਮਝਿਆ ਜਾਏ, ਵਿਚਾਰਿਆ ਜਾਏ। ਜੇਕਰ ਅਸੀਂ ਸਹੀ ਅਰਥਾਂ ਵਿੱਚ ਗੁਰਬਾਣੀ ਦੀ ਜਿਹੜੀ ਅਜਿਹੀ ਪਰਿਭਾਸ਼ਿਕ ਸ਼ਬਦਾਵਲੀ ਆ ਉਹਨੂੰ ਸਮਝ ਲਵਾਂਗੇ, ਉਹਦੇ ਵੀ ਧਿਆਨ ਰਹੇ ਅਸੀਂ ਸਮਝਣਾ ਬਾਣੀ ਵਿੱਚੋਂ ਹੀ ਆ, ਅਸੀਂ ਕੋਈ ਆਪਣੇ ਵੱਲੋਂ ਨਹੀਂ ਕੋਈ ਭਾਵ ਲੈਣਾ ਜਾਂ ਸਾਨੂੰ ਕਿਸੇ ਹੋਰ ਬਾਹਰੋਂ ਕਿਸੇ ਕੋਸ਼ ਦੀ, ਡਿਕਸ਼ਨਰੀ ਦੀ, ਕਿਤਾਬ ਦੀ ਜ਼ਰੂਰਤ ਨਹੀਂ। ਬਾਣੀ ਵਿੱਚੋਂ ਹੀ ਅਸੀਂ ਇਸ ਸ਼ਬਦਾਵਲੀ ਨੂੰ ਸਮਝਣਾ, ਕਿਉਂਕਿ ਮਹਾਰਾਜ ਨੇ ਖੁਦ ਹੀ ਇਸ ਜਿਹੜੇ ਸ਼ਬਦ ਆ, ਬਹੁਤ ਸਾਰੇ ਸ਼ਬਦ ਜਿਹੜੇ ਪਹਿਲਾਂ ਵੀ ਵਰਤੇ ਜਾਂਦੇ ਸੀ, ਗੁਰੂ ਸਾਹਿਬਾਨ ਦੇ ਸਮੇਂ ਵੀ ਵਰਤੇ ਜਾਂਦੇ ਸੀ, ਪਰ ਮਹਾਰਾਜ ਨੇ ਉਹਨਾਂ ਵਿੱਚੋਂ ਕੋਈ ਸ਼ਬਦਾਂ ਨੂੰ ਉਹਨਾਂ ਅਰਥਾਂ ਵਿੱਚ ਨਹੀਂ ਵਰਤਿਆ ਜਿਨ੍ਹਾਂ ਅਰਥਾਂ ਵਿੱਚ ਇਹ ਸ਼ਬਦ ਵਰਤੇ ਜਾਂਦੇ ਸੀ ਜਾਂ ਈਵਨ ਅੱਜ ਵੀ ਵਰਤੇ ਜਾਂਦੇ ਆ। ਗੁਰੂ ਸਾਹਿਬ ਜੀ ਨੇ ਉਹਨਾਂ ਵਿੱਚ ਨਵੀਂ ਰੂਹ ਫੂਕੀ ਆ। ਤੋ ਜਿੱਥੇ ਅਸੀਂ ਪਹਿਲਾਂ ਕੁਝ ਐਪੀਸੋਡਾਂ ਵਿੱਚ ਇਹ ਗੱਲ ਕੀਤੀ ਸੀਗੀ ਕਿ ਗੁਰਬਾਣੀ ਨੂੰ ਸਮਝਣ ਲਈ ਸਮੁੱਚੀ ਜਿਹੜੀ ਬਾਣੀ ਆ ਉਹਨੂੰ ਧਿਆਨ ਵੀ ਰੱਖਣ ਦੀ ਲੋੜ ਆ। ਕਿਸੇ ਇੱਕ ਸ਼ਬਦ ਜਾਂ ਅੱਧੀ ਪੰਕਤੀ ਨੂੰ ਲੈ ਕੇ ਅਸੀਂ ਗੁਰਬਾਣੀ ਦੇ ਸੱਚ ਨੂੰ ਨਹੀਂ ਸਮਝ ਸਕਦੇ। ਜੋ ਗੁਰੂ ਸਾਹਿਬ ਸਾਨੂੰ ਦ੍ਰਿੜ ਕਰਾਉਣਾ ਚਾਹੁੰਦੇ ਆ ਉਸ ਭਾਵ ਨੂੰ ਅਸੀਂ ਸਮਝਣ ਵਿੱਚ ਕਦੀ ਸਮਰੱਥ ਨਹੀਂ ਹੋਵਾਂਗੇ ਜੇਕਰ ਕੇਵਲ ਇੱਕ ਪੰਕਤੀ, ਅੱਧੀ ਪੰਕਤੀ ਹੀ ਲੈ ਕੇ ਅਸੀਂ ਬਾਣੀ ਦੇ ਉਸ ਸ਼ਬਦ ਨੂੰ, ਪਾਵਨ ਫਰਮਾਨ ਨੂੰ ਸਮਝਣ ਦਾ ਯਤਨ ਕਰਾਂਗੇ। ਤੋ ਦੂਜਾ ਪਹਿਲੂ ਇਹ ਵੀ ਆ ਕਿ ਜੇਕਰ ਸਾਨੂੰ ਗੁਰਬਾਣੀ ਦੀ ਇਸ ਸ਼ਬਦਾਵਲੀ ਦੀ ਸਮਝ ਨਹੀਂ, ਅਸੀਂ ਬਾਣੀ ਵਿੱਚੋਂ ਨਹੀਂ ਸਮਝਦੇ, ਇਹਨੂੰ ਧਿਆਨ ਵਿੱਚ ਨਹੀਂ ਰੱਖਦੇ, ਤਾਂ ਵੀ ਬਹੁਤ ਸਾਰੇ ਭੁਲੇਖਿਆਂ ਦੀ ਸੰਭਾਵਨਾ ਜਿਹੜੀ ਆ ਉਹ ਬਣੀ ਰਹਿੰਦੀ ਆ। ਜਿਸ ਤਰ੍ਹਾਂ ਤੁਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਜਿਹੜਾ ਪਾਵਨ ਫਰਮਾਨ ਆ ਸ਼ਲੋਕਾਂ ਵਿੱਚੋਂ ਕਿ ਜੋ ਸੋ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੈ, ਇਸ ਪਾਵਨ ਫਰਮਾਨ ਦਾ ਜ਼ਿਕਰ ਕੀਤਾ, ਤਾਂ ਅਸੀਂ
ਇਹ ਸਮਝਣ ਤੋਂ ਪਹਿਲਾਂ ਕਿ ਪ੍ਰਭੂ ਦੀ ਸ਼ਰਨ ਜਾਂ ਗੁਰੂ ਦੀ ਸ਼ਰਨ ਵਿੱਚ ਆਉਣ ਵਾਲੇ ਨੂੰ ਸੁੱਖ ਮਿਲਦਾ। ਬਾਣੀ ਵਿੱਚ ਇਹ ਗੱਲ ਵਾਰ-ਵਾਰ ਦੁਹਰਾਈ ਗਈ ਹੈ ਕਿ ਜੇਕਰ ਤੂੰ ਸੁੱਖ ਚਾਹੁੰਦਾ ਕਿ ਮੇਰੇ ਜੀਵਨ ਵਿੱਚ ਸੁੱਖ ਹੋਣ, ਦੁੱਖ ਕਦੀ ਵੀ ਨਾ ਆਵੇ, ਦੁੱਖਾਂ ਦਾ ਸਾਹਮਣਾ ਨਾ ਕਰਨਾ ਪਵੇ, ਤਾਂ ਤੈਨੂੰ ਫਿਰ ਗੁਰੂ ਪ੍ਰਭੂ ਦੀ ਸ਼ਰਨ ਵਿੱਚ ਆਉਣਾ ਪਊ, ਤੈਨੂੰ ਨਾਮ ਦਾ ਚਿੰਤਨ ਕਰਨਾ ਪਊ। ਪਰ ਗੁਰੂ ਸਾਹਿਬ ਕਿਹੜੇ ਸੁੱਖ ਦੀ ਗੱਲ ਕਰਦੇ ਆ ਕਿ ਪ੍ਰਭੂ ਦੀ ਸ਼ਰਨ ਵਿੱਚ ਆਉਣ ਨਾਲ ਮਨੁੱਖ ਨੂੰ ਕਿਹੜਾ ਸੁੱਖ ਮਿਲਦਾ, ਕਿਹੜੇ ਦੁੱਖਾਂ ਤੋਂ ਛੁਟਕਾਰਾ ਮਿਲਦਾ। ਜੇਕਰ ਅਸੀਂ ਗੁਰਬਾਣੀ ਦੀ ਸ਼ਬਦਾਵਲੀ ਨੂੰ ਜਾਂ ਇੰਝ ਆਖਾਂ ਕਿ ਗੁਰਬਾਣੀ ਵਿੱਚ ਸੁੱਖ ਦੀ ਜਿਹੜੀ ਪਰਿਭਾਸ਼ਾ ਉਹਨੂੰ ਬਾਣੀ ਵਿੱਚੋਂ ਨਹੀਂ ਸਮਝਾਂਗੇ ਤਾਂ ਸਾਨੂੰ ਭੁਲੇਖਾ ਲੱਗ ਜੂ। ਫਿਰ ਸਾਡੇ ਮਨ ਸ਼ੰਕਾ ਵੀ ਆਊਗਾ, ਔਰ ਕਈ ਕਰਦੇ ਵੀ ਆ ਕਿ ਲਓ ਜੀ ਬਾਣੀ ਦਾ ਕਹਿੰਦੀ ਆ ਸੁੱਖ ਮਿਲੂਗਾ, ਸਾਨੂੰ ਸੁੱਖ ਤੇ ਮਿਲਿਆ ਨਹੀਂ। ਕਈ ਤਾਂ ਹੋਰ ਅੱਗੇ ਵੱਧ ਜਾਂਦੇ ਆ, ਲਓ ਜੀ ਜਿਨ੍ਹਾਂ ਦੇ ਪਾਵਨ ਫਰਮਾਨ ਆ ਉਹਨਾਂ ਦਾ ਜੀਵਨ ਤੁਸੀਂ ਖੁਦ ਦੱਸਦੇ ਹੋ ਕਿ ਉਹਨਾਂ ਨੂੰ ਬੜੇ ਕਸ਼ਟ ਆਏ, ਮੁਸੀਬਤਾਂ ਆਈਆਂ। ਗੁਰੂ ਅਰਜਨ ਸਾਹਿਬ ਮਹਾਰਾਜ, ਗੁਰੂ ਗੋਬਿੰਦ ਸਿੰਘ ਮਹਾਰਾਜ, ਬਾਕੀ ਗੁਰੂ ਸਾਹਿਬਾਨ ਦੇ ਜੀਵਨ ਵਿੱਚ ਕਿੰਨੀਆਂ ਕਠਿਨਾਈਆਂ, ਮੁਸ਼ਕਿਲਾਂ ਆਈਆਂ। ਤੋ ਕਿਹੜੇ ਬਾਣੀ ਕਿਹੜੇ ਸੁੱਖ ਦੀ ਗੱਲ ਕਰਦੀ ਆ। ਜੇਕਰ ਅਸੀਂ ਸੱਚਮੁੱਚ ਉੱਤਰ ਚਾਹੁੰਦੇ ਹਾਂ ਬਾਣੀ ਵਿੱਚੋਂ, ਤਾਂ ਸਾਨੂੰ ਬਾਣੀ ਵਿੱਚੋਂ ਹੀ ਇਹ ਸਮਝਣਾ ਪਊ ਕਿ ਗੁਰਬਾਣੀ ਕਿਹੜੇ ਸੁੱਖ ਦੀ ਗੱਲ ਕਰਦੀ ਆ, ਕਿਹੜਾ ਸੁੱਖ ਮਿਲਦਾ, ਕਿਹੜਾ ਦੁੱਖ ਦੂਰ ਹੁੰਦਾ। ਤੋ ਅਸੀਂ ਜਿਵੇਂ ਤੁਸੀਂ ਸ਼ੁਰੂ ਵਿੱਚ ਜ਼ਿਕਰ ਕੀਤਾ ਕਿ ਅਸੀਂ 3 ਐਪੀਸੋਡ ਜਿਹੜੇ ਆ ਇਸ ਪ੍ਰੋਗਰਾਮ ਦੇ ਕਰਾਂਗੇ। ਅੱਜ ਦੇ ਹਿੱਸੇ ਵਿੱਚ ਅਸੀਂ ਕੇਵਲ ਜਿਹੜੀ ਸ਼ਬਦਾਵਲੀ ਆ, ਪਰਿਭਾਸ਼ਕ ਸ਼ਬਦਾਵਲੀ, ਜਿਹੜੀ ਬਾਣੀ ਦੀ ਟਰਮੀਨੋਲੋਜੀ ਆ, ਅਸੀਂ ਕੇਵਲ ਉਹਦੀ ਚਰਚਾ ਕਰਾਂਗੇ ਤਾਂ ਕਿ ਅਸੀਂ ਬਾਣੀ ਦੇ ਅਜਿਹੇ ਜਿਹੜੇ ਪਾਵਨ ਫਰਮਾਨ ਆ ਉਹ ਠੀਕ ਤਰ੍ਹਾਂ ਨਾਲ ਗੁਰਬਾਣੀ ਦੇ ਪ੍ਰਸੰਗ ਵਿੱਚ ਅਸੀਂ ਉਹਨਾਂ ਨੂੰ ਸੌਖਿਆਂ ਸਰਲ ਢੰਗ ਨਾਲ ਸਮਝ ਸਕੀਏ। ਤੋ ਗੁਰਬਾਣੀ ਦੇ ਕੁਝ ਫਰਮਾਨ ਜਿਹੜੇ ਆ ਉਹ ਆਪਾਂ ਦਰਸ਼ਕਾਂ ਨਾਲ ਸਾਂਝੇ ਕਰਾਂਗੇ, ਇਹਨਾਂ ਦੇ ਧਿਆਨ ਵਿੱਚ ਲਿਆਵਾਂਗੇ ਤਾਂ ਕਿ ਇਸ ਨੂੰ ਹੋਰ ਸਰਲ ਢੰਗ ਨਾਲ ਸਮਝਿਆ ਜਾ ਸਕੇ। ਕਬੀਰ ਸਾਹਿਬ ਦਾ ਇੱਕ ਸ਼ਬਦ ਤੋਂ ਆਪਾਂ ਸ਼ੁਰੂ ਕਰਦੇ ਹਾਂ। ਕਬੀਰ ਸਾਹਿਬ ਦਾ ਇੱਕ ਪਾਵਨ ਸ਼ਬਦ ਆ ਜਿਹਦੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਕਬੀਰ ਸਾਹਿਬ ਫਰਮਾਉਂਦੇ ਆ ਕਿ ਕੂਟਨ ਕਿਸੈ ਕਹੋ ਸੰਸਾਰ, ਸਗਲ ਬੋਲਣ ਕੇ ਮਾਹੇ ਵਿਚਾਰ। ਇਹ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ। ਕੂਟਨ ਸ਼ਬਦ ਦਾ ਜਿਹੜਾ ਅੱਖਰੀ ਅਰਥ ਆ, ਜੋ ਕੋਸ਼ਾਂ ਵਿੱਚ ਆ, ਜੋ ਸਾਡੀਆਂ ਡਿਕਸ਼ਨਰੀਆਂ ਵਿੱਚ ਆ, ਇਹਦਾ ਭਾਵ ਆ ਦੱਲਾ, ਦਲਾਲੀ ਕਰਨ ਵਾਲਾ, ਨਿੰਦਕ ਦਲਾਲੀ ਕਰਨ ਵਾਲਾ। ਹੁਣ ਤਾਂ ਦਲਾਲ ਦੇ ਕਈ ਰੂਪ ਆ, ਪਰ ਇੱਥੇ ਕੂਟਨ ਜਿਹੜਾ ਉਸ ਦਲਾਲ ਲਈ ਵਰਤਿਆ ਗਿਆ ਜਿਹੜਾ ਖਾਸ ਤੌਰ ਤੇ ਜਿਹੜੀਆਂ ਇਸਤਰੀਆਂ ਮਜਬੂਰੀ ਵਿੱਚ ਜਾਂ ਕਿਸੇ ਹੋਰ ਕਾਰਨ ਆਪਣਾ ਸਰੀਰ ਵੇਚਣ ਲਈ ਮਜਬੂਰ ਆ, ਉਹਨਾਂ ਲੋਕਾਂ ਦੀ ਦਲਾਲੀ ਕਰਦਾ। ਉਹ ਪੁਰਸ਼ਾਂ ਲਈ, ਮਰਦਾਂ ਲਈ ਪ੍ਰਬੰਧ ਕਰਦਾ ਐਸੀਆਂ ਔਰਤਾਂ ਜਿਹੜੀਆਂ ਕਿ ਮਜਬੂਰੀ ਬਾਅਦ ਜਾਂ ਕਿਸੇ ਹੋਰ ਕਾਰਨ ਉਹਨਾਂ ਨੂੰ ਆਪਣਾ ਸਰੀਰ ਵੇਚਣਾ ਪੈ ਰਿਹਾ। ਉਹਦੇ ਵਿੱਚੋਂ ਜਿਹੜੀਆਂ ਦਲਾਲੀ ਖਾਂਦੇ ਆ, ਪੈਸੇ ਲੈਂਦੇ ਆ, ਉਹਨਾਂ ਨੂੰ ਸਾਡੀ ਭਾਸ਼ਾ ਵਿੱਚ ਦੱਲਾ ਆਖਦੇ ਆ, ਕੂਟਨ ਆਖਦੇ ਆ। ਇਸ ਸ਼ਬਦ ਵਿੱਚ ਜਿਹੜਾ ਅਸੀਂ ਇਹ ਵੀ ਪੱਖ ਵੇਖਾਂਗੇ ਸ਼ਬਦ ਵਿੱਚੋਂ ਕਿ ਕਬੀਰ ਸਾਹਿਬ ਜੀ ਨੂੰ ਜਿਹੜੇ ਸੱਚ ਦੇ ਰਾਹ ਤੇ ਤੁਰੇ ਹੋਏ ਆ, ਪਰ ਜਿਹੜੇ ਝੂਠ ਦੇ ਮੁਦਈ ਆ, ਜਿਨ੍ਹਾਂ ਨੂੰ ਸੱਚ ਨਹੀਂ ਪਾਉਂਦਾ, ਇਹਨਾਂ ਵਿੱਚ ਉਹ ਲੋਕ ਵੀ ਆ ਜਿਹੜੇ ਸਧਾਰਨ ਧਾਰਮਿਕ ਲੋਕ ਹੀ ਨਹੀਂ ਬਲਕਿ ਧਾਰਮਿਕ ਆਗੂ ਦੀ ਹੈਸੀਅਤ ਵਿੱਚ ਵਿਚਰਨ ਵਾਲੇ ਆ। ਉਹ ਵੀ ਕਬੀਰ ਸਾਹਿਬ ਦਾ ਸਾਥ ਦੇਣ ਦੀ ਬਜਾਏ ਕਬੀਰ ਸਾਹਿਬ ਉੱਤੇ ਤਰ੍ਹਾਂ ਤਰ੍ਹਾਂ ਦੇ ਦੋਸ਼ ਲਾ ਰਹੇ ਆ। ਇਹ ਅਸੀਂ ਅੱਜ ਵੀ ਦੇਖ ਸਕਦੇ ਹਾਂ ਕਿ ਜਿਹੜਾ ਵੀ ਸੱਚਮੁੱਚ ਕੋਈ ਸੱਚ ਦੇ ਰਾਹ ਤੇ ਤੁਰਿਆ ਆ ਤਾਂ ਕਿਵੇਂ ਉਹਨੂੰ ਹਰ ਤਰ੍ਹਾਂ ਨਾਲ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਕਈ ਤਰ੍ਹਾਂ ਦੇ ਜਿਹੜੇ ਆ ਉਹ ਵਿਸ਼ੇਸ਼ਣ ਉਹਦੇ ਨਾਂ ਨਾਲ ਲਾ ਉਹਨੂੰ ਜਿਹੜਾ ਚੜਾਇਆ ਜਾਂਦਾ, ਉਹਨੂੰ ਬਦਨਾਮ ਕੀਤਾ ਜਾਂਦਾ, ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਆਮ ਲੋਕਾਂ ਨੂੰ ਗੁੰਮਰਾਹ ਕਰਨ ਦਾ ਜਿਹੜਾ ਉਹ ਯਤਨ ਕੀਤਾ ਜਾਂਦਾ। ਤੋ ਕਬੀਰ ਸਾਹਿਬ ਜੀ ਨੂੰ ਵੀ ਜਦੋਂ ਇੰਜ ਕਈ ਆਖਣ ਲੱਗ ਪਏ, ਇੰਜ ਕਬੀਰ ਸਾਹਿਬ ਇਸ ਨੂੰ ਬੁਰਾ ਮਨਾਉਣ ਦੀ ਬਜਾਏ ਇਹ ਪੱਖ ਵੀ ਸਾਹਮਣੇ ਆਉਂਦਾ ਕਿ ਉਹਨੂੰ ਬੜਾ ਸਕਾਰਾਤਮਕ ਰੂਪ ਵਿੱਚ ਲੈ ਰਹੇ ਆ, ਪੋਜ਼ਿਟਿਵ ਲੈ ਰਹੇ ਆ। ਉਹ ਕਹਿੰਦੇ ਦੇਖੋ ਵੀ ਲੋਕੋ, ਸੰਸਾਰ ਤੋਂ ਇਹਦੇ ਭਾਵ ਆ ਉਹ ਲੋਕ, ਉਹ ਪ੍ਰਾਣੀ ਕਿ ਜਿਹੜੇ ਇਹੋ ਜਿਹਾ ਸੋਚਦੇ ਆ, ਜਿਨ੍ਹਾਂ ਦੀ ਐਸੀ ਸੋਚ ਆ। ਕਬੀਰ ਸਾਹਿਬ ਵਰਗੀਆਂ ਜਿਹੜੀਆਂ ਸ਼ਖਸੀਅਤਾਂ, ਜਿਹੜੇ ਇਹਨਾਂ ਸ਼ਖਸੀਅਤਾਂ ਬਾਰੇ
ਸੱਚ ਜਾਣਦਿਆਂ ਹੋਇਆਂ ਵੀ ਆਮ ਲੋਕਾਂ ਨੂੰ ਈਰਖਾ ਵਸ ਜਾਂ ਕਿਸੇ ਹੋਰ ਕਾਰਨ ਗੁੰਮਰਾਹ ਕਰਨ ਦਾ ਯਤਨ ਕਰਦਿਆਂ ਹੋਇਆਂ ਇਹੋ ਜਿਹੀ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਆ। ਉਹ ਕਹਿੰਦੇ ਵੀ ਦੇਖੋ, ਤੁਸੀਂ ਕੁੱਟਣ ਕਿਹਨੂੰ ਕਹਿੰਦੇ ਹੋ, ਦੱਲਾ ਕਿਹਨੂੰ ਕਹਿੰਦੇ ਹੋ, ਕਿਉਂਕਿ ਹਰ ਸ਼ਬਦ ਜਿਹੜਾ ਉਹਦਾ ਜਿਹੜਾ ਅਰਥ ਜਿਹੜਾ ਉਹ ਜ਼ਰੂਰੀ ਨਹੀਂ ਕਿ ਜੋ ਤੁਸੀਂ ਲੈ ਰਹੇ ਹੋ, ਤੁਸੀਂ ਸਮਝਦੇ ਹੋ, ਉਹੀ ਉਹਦਾ ਇੱਕ ਅਰਥ ਆ। ਇਹ ਉਹਦੇ ਲੈਣ ਦੇ ਵਿੱਚ ਡਿਪੈਂਡ ਕਰਦਾ, ਨਿਰਭਰ ਕਰਦਾ। ਇੱਕੋ ਸ਼ਬਦ ਦੇ ਜਿਹੜੇ ਉਹ ਵੱਖੋ ਵੱਖਰੇ ਅਰਥ ਹੋ ਸਕਦੇ ਆ। ਜ਼ਰੂਰੀ ਨਹੀਂ ਕਿ ਜੋ ਤੁਸੀਂ ਆਖ ਰਹੇ ਹੋ ਤਾਂ ਇਹ ਵੀ ਆ। ਉਹ ਇਸ ਰੂਪ ਵਿੱਚ ਲੈ ਜਾਵੇ, ਤੁਸੀਂ ਤਾਂ ਕਹਿੰਦੇ ਹੋ ਕਿ ਜਿਹੜਾ ਕੁੱਟਣ ਆ ਉਹਦਾ ਆ ਰੂਪ ਆ, ਉਹਦੀ ਆ ਪਰਿਭਾਸ਼ਾ। ਪਰ ਦੇਖੋ, ਮੇਰੇ ਅਨੁਸਾਰ ਜੋ ਮੈਨੂੰ ਗੁਰੂ ਨੇ ਮੱਤ ਦਿੱਤੀ ਆ, ਮੈਂ ਸਮਝਦਾ ਅਸਲ ਵਿੱਚ ਕੁੱਟਣ ਸੋਏ ਜੋ ਮਨ ਕੋ ਕੂਟੈ। ਕਿ ਅਸਲ ਵਿੱਚ ਕੁੱਟਣ ਉਹ ਆ ਕਿ ਜਿਹੜਾ ਆਪਣੇ ਮਨ ਨੂੰ ਕੁੱਟਦਾ। ਮਨ ਨੂੰ ਕੁੱਟਣ ਤੋਂ ਭਾਵ ਆ ਉਹ ਮਨ ਦੀ ਸਵੈ ਪੜਚੋਲ ਕਰਦਾ। ਉਹ ਦੇਖਦਾ ਕਿ ਮਨ ਵਿੱਚ ਕਿਹੋ ਜਿਹੇ ਸੰਕਲਪ ਉੱਠ ਰਹੇ ਆ, ਕਿਹੋ ਜਿਹੇ ਵਿਚਾਰ ਉੱਠ ਰਹੇ ਆ, ਮਨ ਕਿਹੜੇ ਪਾਸੇ ਦੌੜ ਰਿਹਾ, ਕਿਹੋ ਜਿਹੀਆਂ ਖੇਡਾਂ ਖੇਡ ਰਹੇ ਆ। ਤੋ ਇਹ ਦੇਖ ਕੇ ਵਿਚਾਰ ਕੇ ਕਿ ਮਨ ਵਿੱਚ ਗਲਤ ਖਿਆਲ, ਬੁਰੇ ਖਿਆਲ ਉੱਠ ਰਹੇ ਆ, ਪੈਦਾ ਹੋ ਰਹੇ ਆ, ਉਹਨਾਂ ਨੂੰ ਉਹ ਦਬਾਉਣ ਦਾ ਯਤਨ ਕਰਦਾ, ਉਹਨਾਂ ਤੋਂ ਆਪਣੇ ਆਪ ਨੂੰ ਉੱਪਰ ਉਠਾਉਂਦਾ। ਤੋ ਇਹ ਮਨ ਨੂੰ ਕੁੱਟਣ ਦਾ ਭਾਵ ਆ ਕਿ ਕੂਟਨ ਸੋਏ ਜੋ ਮਨ ਕੋ ਕੂਟੈ। ਫਿਰ ਮਨ ਕੂਟੈ ਤੋ ਜਮਤੇ ਛੂਟੈ। ਜਿਹੜਾ ਇਹੋ ਜਿਹਾ ਕੂਟਨ ਹੈਗਾ, ਜਦੋਂ ਉਹ ਆਪਣੇ ਮਨ ਨੂੰ ਵਾਰ-ਵਾਰ ਕੁੱਟਦਾ, ਵਾਰ-ਵਾਰ ਪੜਤਾਲ ਕਰਦਾ, ਸਵੈ ਪੜਚੋਲ ਕਰਦਾ, ਆਪਣੇ ਅੰਦਰ ਝਾਂਤੀ ਮਾਰਦਾ ਕਿ ਮੇਰੇ ਅੰਦਰ ਕਿਹੋ ਜਿਹੇ ਵਿਚਾਰ ਉੱਠ ਰਹੇ ਆ, ਕਿਤੇ ਮਾੜੇ ਖਿਆਲ ਤਾਂ ਨਹੀਂ ਆ ਰਹੇ। ਤੇ ਜੇਕਰ ਉੱਠਦੇ ਆ ਤਾਂ ਉਹਨਾਂ ਤੋਂ ਆਪਣੇ ਆਪ ਨੂੰ ਉੱਪਰ ਉਠਾਉਣ ਦੀ ਕੋਸ਼ਿਸ਼ ਕਰਦਾ। ਜਿਹੜੇ ਵਿਚਾਰ ਆ ਉਹ ਤਾਂ ਫਿਰ ਵੀ ਉੱਠਦੇ ਆ, ਪਰ ਮਾੜੇ ਵਿਚਾਰ ਨਹੀਂ ਉੱਠਣ ਦਿੰਦਾ। ਉਹ ਸ਼ੁਰੂ ਵਿੱਚ ਹੀ ਉਹਨਾਂ ਦੀ ਸੰਗੀ ਨੱਪ ਲੈਂਦਾ। ਸਧਾਰਨ ਸ਼ਬਦਾਂ ਵਿੱਚ ਆਖਣਾ ਹੋਵੇ ਤਾਂ ਉਹਨਾਂ ਨੂੰ ਉੱਥੇ ਹੀ ਦਬਾ ਦਿੰਦਾ। ਤੋ ਕਹਿੰਦੇ ਜਿਹੜਾ ਮਨੁੱਖ, ਜਿਹੜਾ ਕੁੱਟਣ ਇਹੋ ਜਿਹਾ ਉਪਰਾਲਾ ਕਰਦਾ, ਉਹ ਜਮਾਂ ਤੋਂ ਛੁਟਕਾਰਾ ਪ੍ਰਾਪਤ ਕਰ ਲੈਂਦਾ। ਉਹਦੇ ਫਿਰ ਵਿਕਾਰ ਨੇੜੇ ਨਹੀਂ ਆਉਂਦੇ। ਤੋ ਇਸ ਪ੍ਰਕਰਨ ਵਿੱਚ ਭਾਵ ਆ ਕਿ ਫਿਰ ਸਹਿਜੇ ਸਹਿਜੇ ਉਹਦੇ ਅੰਦਰ ਜਿਹੜੇ ਮਾੜੇ ਵਿਚਾਰ ਆ ਉਹ ਉੱਠਦੇ ਹੀ ਨਹੀਂ, ਕਿਉਂਕਿ ਹਮੇਸ਼ਾ ਉਹ ਸਵੈ ਪੜਚੋਲ ਕਰਦਾ ਰਹਿੰਦਾ। ਇਸ ਲਈ ਇੱਕ ਸਟੇਜ ਤੇ ਆ ਕੇ ਇਹ ਜਿਹੜੇ ਵਿਚਾਰ ਆ ਇਹ ਉੱਠਣ ਨੂੰ ਬੰਦ ਹੋ ਜਾਂਦੇ ਆ। ਫਿਰ ਕੁੱਟ-ਕੁੱਟ ਮਨ ਕਸਵੱਟੀ ਲਾਵੈ। ਕਹਿੰਦੇ ਆ ਕਿ ਵਾਰ-ਵਾਰ ਜਿਹੜਾ ਉਹ ਸਟਾਪ ਨਹੀਂ ਕਰਦਾ ਕਿਤੇ, ਕਿ ਬਸ ਹੁਣ ਲੋ ਆਪਣੇ ਮਨ ਨੂੰ ਪੜਤਾਲਦਾ ਹੀ ਰਹਿੰਦਾ, ਖੋਜਦਾ ਹੀ ਰਹਿੰਦਾ, ਹਮੇਸ਼ਾ ਉਹਨੂੰ ਆਵਾਜ਼ ਕਰਦਾ ਹੀ ਰਹਿੰਦਾ। ਤਾਂ ਫਿਰ ਵਾਰ-ਵਾਰ ਮਨ ਨੂੰ ਆਪਣੀ ਕਸਵੱਟੀ ਉੱਤੇ ਵੀ ਲਾਉਂਦਾ, ਸੱਚ ਦੀ ਕਸਵੱਟੀ ਤੇ ਉਹਨੂੰ ਵਾਰ-ਵਾਰ ਪਰਖਦਾ, ਜਾਂਚਦਾ, ਨਿਰੀਖਣ ਕਰਦਾ। ਸੋ ਕੁੱਟਣ ਮੁਕਤ ਬਹੁ ਭਾਵੈ। ਜਿਹੜਾ ਇਹੋ ਜਿਹਾ ਕੁੱਟਣ ਆ ਉਹ ਮੁਕਤੀ ਪਾ ਲੈਂਦਾ, ਵਿਕਾਰਾਂ ਤੋਂ ਉਹਨੂੰ ਛੁਟਕਾਰਾ ਮਿਲ ਜਾਂਦਾ। ਤਾਂ ਜ਼ਰੂਰੀ ਨਹੀਂ ਕਿ ਜੋ ਤੁਹਾਡੇ ਸ਼ਬਦਾਂ 'ਚ ਕੁੱਟਣ ਆ ਅਸੀਂ ਉਹਨੂੰ ਕੁੱਟਣ ਨਹੀਂ ਸਮਝਦੇ। ਮੈਂ ਵੀ ਕੁੱਟਣ ਹੈਗਾ, ਪਰ ਮੈਂ ਇਹੋ ਜਿਹਾ ਕੁੱਟਣ ਨਹੀਂ ਜੋ ਤੁਸੀਂ ਸਮਝਦੇ ਹੋ। ਮੈਂ ਉਹ ਜਿਹਾ ਕੁੱਟਣ ਹੈਗਾ ਕਿ ਜਿਹੜਾ ਆਪਣੇ ਮਨ ਨੂੰ ਕੁੱਟਦਾ ਰਹਿੰਦਾ। ਤੁਸੀਂ ਠੀਕ ਆਖਦੇ ਜੇ, ਪਰ ਫਰਕ ਇਹ ਆ ਕਿ ਤੁਸੀਂ ਕੁੱਟਣ ਕੁਝ ਹੋਰ ਸਮਝੀ ਬੈਠੇ ਜੇ। ਪਰ ਮੇਰੇ ਅਨੁਸਾਰ ਜੋ ਮੈਨੂੰ ਮਾਲਕ ਨੇ ਮੱਤ ਦਿੱਤੀ ਆ ਕਿ ਕੁੱਟਣ ਅਸਲ ਵਿੱਚ ਆ ਵਿਅਕਤੀ ਆ। ਹੋਰ ਫਿਰ ਅੱਗੇ ਹੋਰ ਕਹਿੰਦੇ ਆ, ਜਿਹੜਾ ਸ਼ਬਦ ਦਾ ਦੂਜਾ ਪਦਾ ਕਿ ਨਾਚਨ ਸੋਏ ਜੋ ਮਨ ਸਿਓ ਨਾਚੈ। ਝੂਠ ਨਾ ਪਤੀਐ ਪਰਚੈ ਸਾਚੈ। ਨਾਚਨ ਨਚਾਰ, ਕਿ ਤੁਸੀਂ ਨਚਾਰ ਜਿਹਨੂੰ ਸਮਝਦੇ ਜੇ ਉਹ ਤੁਹਾਡੀ ਪਰਿਭਾਸ਼ਾ ਤੁਸੀਂ ਸਮਝਦੇ ਜੇ। ਪਰ ਜਿਹੜਾ ਮੈਂ ਨਚਾਰ ਹੈਗਾ, ਜੋ ਮੈਨੂੰ ਮੱਤ ਦਿੱਤੀ ਆ ਮਾਲਕ ਨੇ, ਇਸ ਮੱਤ ਅਨੁਸਾਰ ਅਸਲ ਵਿੱਚ ਨਚਾਰ ਆ ਜੋ ਸਰੀਰ ਨਾਲ ਨਹੀਂ ਬਲਕਿ ਮਨ ਨਾਲ ਨੱਚਦਾ। ਮਨ ਨਾਲ ਨੱਚਣ ਤੋਂ ਭਾਵ ਜਿਹੜਾ ਕਿ ਮਨ ਦੀ ਹਮੇਸ਼ਾ ਪੜਤਾਲ ਕਰਦਾ ਰਹਿੰਦਾ, ਮਨ ਨੂੰ ਚੰਗੇ ਪਾਸੇ ਲਾਉਂਦਾ। ਇਹਨੂੰ ਹੋਰ ਅੱਗੇ ਅਗਲੀ ਪੰਕਤੀ ਸਪਸ਼ਟ ਕੀਤਾ ਹੋਇਆ ਕਿ ਝੂਠ ਨਾ ਪਤੀਐ ਪਰਚੈ ਸਾਚੈ। ਉਹ ਝੂਠ ਵਿੱਚ ਨਹੀਂ ਪਤੀਜਦਾ, ਇਤਵਾਰ ਨਹੀਂ ਕਰਦਾ, ਬਲਕਿ ਸੱਚ ਦਾ ਮੁਦਈ ਬਣ ਉਹ ਸੱਚ ਦੀਆਂ ਕਦਰੋ ਕੀਮਤਾਂ ਨੂੰ ਹੀ ਅਪਣਾਉਂਦਾ। ਉਹਨਾਂ ਉੱਤੇ ਹੀ ਉਸ ਦਾ ਦ੍ਰਿੜ ਵਿਸ਼ਵਾਸ ਪ੍ਰਤੀਤੀ ਬਣੀ ਰਹਿੰਦੀ ਆ। ਤੋ ਝੂਠ ਵਿੱਚ ਨਾ ਪਤੀਜਣਾ, ਸੱਚ ਵਿੱਚ ਪਤੀਜਣਾ, ਇਹ ਮਨ ਨਾਲ ਨੱਚਣਾ। ਕਹਿੰਦੇ ਅਸੀਂ ਜਿਹੜਾ ਨਚਾਰ ਅਸਲ ਵਿੱਚ ਅਸੀਂ ਇਹਨੂੰ ਨਚਾਰ ਕਹਿੰਦੇ ਆ। ਔਰ ਮੈਂ ਨਿਰਸੰਦੇਹ ਇਹੋ ਜਿਹਾ ਨਚਾਰ ਆ ਜੋ ਮਨ ਨਾਲ, ਸਰੀਰ ਨਾਲ ਨਹੀਂ, ਮੈਂ ਆਪਣੇ ਮਨ ਨਾਲ ਨੱਚਦਾ। ਔਰ ਫਿਰ ਕਹਿੰਦੇ ਇਸ ਮਨ ਆਗੇ ਪੂਰਾ ਤਾਲ, ਇਸ ਨਾਚਨ ਕੇ ਮਨ ਰਖਵਾਲ।
ਇਹੋ ਜਿਹੜਾ ਨਚਾਰ ਆ ਉਹ ਆਪਣੇ ਮਨ ਨੂੰ ਆਤਮਿਕ ਉਮਾਹ ਵਿੱਚ ਲਿਆਉਣ ਦਾ ਯਤਨ ਕਰਦਾ ਰਹਿੰਦਾ। ਔਰ ਇਹੋ ਜਿਹਾ ਨਚਾਰ ਆ ਉਹਦਾ ਰਖਵਾਲਾ ਮਾਲਕ ਆਪ ਬਣਦਾ, ਉਸ ਦੇ ਮਨ ਦੀ ਰਾਖੀ ਮਾਲਕ ਆਪ ਕਰਦਾ। ਮਾਲਕ ਆਪ ਜੀ ਹੁਣ ਬੈਠਾ, ਆਪ ਵਸਿਆ ਹੋਇਆ, ਰੱਬ ਨਾਲ ਰੱਬੀ ਗੁਣਾਂ ਨਾਲ ਜੁੜਿਆ ਹੋਇਆ, ਇਸ ਕਰਕੇ ਉਸ ਦਾ ਵਿਕਾਰਾਂ ਵੱਲ ਤੁਰਨਾ ਵਿਚਰਨ ਦਾ ਹੁਣ ਕੋਈ ਸੰਭਾਵਨਾ ਰਹੀ ਹੀ ਨਹੀਂ। ਫਿਰ ਹੋਰ ਕਹਿੰਦੇ ਆ, ਬਾਜ਼ਾਰੀ ਸੋ ਜੋ ਬਾਜ਼ਾਰੈ ਸੋਧੈ, ਪੰਜ ਪਲੀਤਾਂ ਕੋ ਪਰਬੋਧੈ। ਕਿ ਤੁਸੀਂ ਬਾਜ਼ਾਰੀ, ਕੋਈ ਟੀਕਾਕਾਰਾਂ ਨੇ ਇਹਦੇ ਵੱਖੋ ਵੱਖਰੇ ਜਿਹੜੇ ਅਰਥ ਕਰਦੇ ਹੋਇਆ, ਕਈਆਂ ਨੇ ਜਿਹਦਾ ਉਹ ਦਰੋਗਾ ਲਿਖਿਆ ਹੋਇਆ, ਈਵਨ ਭਾਈ ਕਾਹਨ ਸਿੰਘ ਨਾਭਾ ਨੇ ਵੀ ਇਹਦਾ ਦਰੋਗਾ ਅਰਥ ਕੀਤਾ ਹੋਇਆ, ਪਰ ਜੋ ਸ਼ਬਦ ਦਾ ਵਿਸ਼ਾ ਚੱਲ ਰਿਹਾ ਇਹਦੇ ਦਰੋਗਾ ਜਿਹੜਾ ਉਹ ਵਧੇਰੇ ਢੁਕਵਾਂ ਨਹੀਂ, ਕਿਉਂਕਿ ਸਾਰੇ ਜਿਹੜੇ ਸ਼ਬਦ ਆ ਨਕਾਰਾਤਮਕ ਵਰਤੇ ਹੋਏ ਆ। ਇਸ ਲਈ ਸਾਹਿਬ ਸਿੰਘ ਜੀ ਅਤੇ ਜਿਹੜੇ ਦੂਜੇ ਕੋਈ ਟੀਕਾਕਾਰਾਂ ਨੇ ਅਰਥ ਜਿਹੜੇ ਮਸਕਰਾ ਕੀਤੇ ਆ ਉਹ ਵਧੇਰੇ ਢੁਕਵੇਂ ਆ। ਕਿ ਤੁਸੀਂ ਮਸਕਰਾ ਕਹਿੰਦੇ ਹੋ, ਜੋ ਤੁਸੀਂ ਸਮਝਦੇ ਜੇ ਉਹ ਤੁਹਾਡੀ ਪਰਿਭਾਸ਼ਾ, ਤੁਹਾਡੀ ਸੋਚ ਆ, ਤੁਹਾਡਾ ਅਰਥ ਆ, ਪਰ ਅਸੀਂ ਸਮਝਦੇ ਹਾਂ ਕਿ ਅਸਲ ਉਹ ਬਾਜ਼ਾਰੀ ਹੈਗਾ, ਉਹ ਮਸਕਰਾ ਜਿਹੜਾ ਆਪਣੇ ਸਰੀਰ ਰੂਪੀ ਬਾਜ਼ਾਰ ਨੂੰ ਪੜਤਾਲਦਾ, ਜਿਹੜਾ ਆਪਣੇ ਅੰਦਰ ਨਿਗਾਹ ਮਾਰਦਾ, ਆਪਣੇ ਆਪ ਦੀ ਪੜਤਾਲ ਕਰਦਾ। ਔਰ ਪੰਜ ਪਲੀਤਾਂ ਜਿਹੜੇ ਇਹ ਸਾਡੇ ਇੰਦਰੇ ਹੈਗੇ ਆ, ਅਪਵਿੱਤਰ ਹੋਏ ਆ, ਗੰਦੇ ਹੋਏ ਆ, ਇਹ ਮਾੜੇ ਵਿਚਾਰਾਂ ਵਿਕਾਰਾਂ ਨਾਲ ਬੁਰੀ ਤਰ੍ਹਾਂ ਲਿਬੜੇ ਹੋਏ ਆ, ਗੰਦਗੀ ਨਾਲ। ਉਹ ਇਹਨਾਂ ਨੂੰ ਜਗਾਉਂਦਾ, ਗਿਆਨ ਦੀ ਰੋਸ਼ਨੀ ਨਾਲ, ਗਿਆਨ ਦੇ ਪ੍ਰਕਾਸ਼ ਨਾਲ ਉਹ ਇਹਨਾਂ ਨੂੰ ਸ਼ੁੱਧ ਕਰਦਾ, ਇਹਨਾਂ ਨੂੰ ਚੰਗੇ ਪਾਸੇ ਲਾਉਂਦਾ। ਤੋ ਪੰਜ ਪਲੀਤਾਂ ਕੋ ਪਰਬੋਧੈ, ਇਹਨਾਂ ਨੂੰ ਜਗਾਉਂਦਾ, ਭਾਵ ਇਹਨਾਂ ਦੀ ਜਿਹੜੀ ਅਪਵਿੱਤਰਤਾ ਉਹਨਾਂ ਨੂੰ ਦੂਰ ਕਰਨ ਦਾ ਸੋਮਾ ਲੱਭ ਕੇ ਇਹਨਾਂ ਨੂੰ ਜਿਸ ਲਈ ਮਾਲਕ ਨੇ ਬਖਸ਼ਿਸ਼ ਕੀਤੇ ਆ, ਇਹਨਾਂ ਦੀ ਉਹ ਇਸ ਪਾਸਦੇਸ਼ਾ ਵੱਲ ਕਦਮ ਪੁੱਟ ਕੇ ਯੋਗ ਵਰਤੋਂ ਕਰਦਾ। ਨੌ ਨਾਨਕ ਕੀ ਭਗਤ ਪਛਾਨੈ, ਫਿਰ ਜਿਹੜੇ ਇਹ ਸਮੁੱਚੀ ਧਰਤੀ ਆ ਨੌ ਖੰਡਾਂ ਵਾਲੀ, ਇਹਦੇ ਮਾਲਕ ਦੀ ਜਿਹੜੀ ਭਗਤੀ ਦੀ ਬੰਦਗੀ ਦੀ ਪਛਾਣ ਕਰਦਾ। ਸੋ ਬਾਜ਼ਾਰੀ ਹਮ ਗੁਰ ਮਾਨੇ, ਇਹੋ ਜਿਹੜਾ ਮਸਕਰਾ ਹੈਗਾ ਅਸੀਂ ਉਹਨੂੰ ਸਭ ਤੋਂ ਸ੍ਰੇਸ਼ਟ ਮਨੁੱਖ ਮੰਨਦੇ ਹਾਂ। ਜੋ ਤੁਸੀਂ ਮੰਨਦੇ ਹੋ, ਜੋ ਤੁਹਾਡੀ ਪਰਿਭਾਸ਼ਾ, ਮੈਂ ਉਹਦੇ ਨਾਲ ਸਹਿਮਤ ਨਹੀਂ। ਅਸੀਂ ਸਮਝਦੇ ਹਾਂ ਕਿ ਜਿਹੜਾ ਇਹੋ ਜਿਹਾ ਮਸ਼ਕਰਾ ਜਿਹੜਾ ਆਪਣੇ ਸਰੀਰ ਦੀ ਪੜਤਾਲ ਕਰਦਾ ਔਰ ਉਸ ਮਾਲਕ ਦੀ ਰਮਜ਼ ਨੂੰ ਸਮਝਣ ਲਈ ਉਪਰਾਲਾ ਕਰਦਾ, ਅਸਲ ਵਿੱਚ ਉਹ ਸ੍ਰੇਸ਼ਟ ਮਨੁੱਖ ਆ। ਗੁਰ ਤੋਂ ਇੱਥੇ ਭਾਵ ਵੱਡਾ ਸ੍ਰੇਸ਼ਟ ਸ਼੍ਰੋਮਣੀ। ਫਿਰ ਅੱਗੇ ਅਖੀਲੇ ਪਦੇ ਵਿੱਚ ਫਰਮਾਉਂਦੇ ਆ, ਤਸਕਰ ਸੋਏ ਜੇ ਤਾਤ ਨਾ ਕਰੈ। ਤਸਕਰ ਦਾ ਅਰਥ ਹੈ ਚੋਰ, ਹਾਂਜੀ, ਸਮਗਲਰ। ਜਿਹੜਾ ਕਹਿੰਦੇ ਆ ਵੀ ਜੋ ਤਸਕਰ ਸੋਏ, ਸੋਏ ਤੋਂ ਇੱਥੇ ਪਾਓ, ਸਾਡੀ ਨਜ਼ਰਾਂ ਵਿੱਚ ਤਸਕਰ ਉਹ ਆ ਜੋ ਤਾਤ ਨਾ ਕਰੈ। ਤਾਤ ਤੋਂ ਪਾਵਾ ਈਰਖਾ, ਦਵੈਸ਼। ਤੁਸੀਂ ਸਮਝਦੇ ਹੋ ਕਿ ਚੋਰ ਉਹ ਆ ਜਿਹੜਾ ਕਿਸੇ ਦੀ ਕੋਈ ਵਸਤੂ ਚੁਰਾਉਂਦਾ, ਪਰ ਅਸੀਂ ਸਮਝਦੇ ਅਸਲ ਚੋਰ ਜਿਹੜਾ ਵਧੇਰੇ ਖਤਰਨਾਕ ਚੋਰ ਆ, ਜੋ ਤੁਹਾਡੀ ਪਰਿਭਾਸ਼ਾ ਸੀ ਉਹਦੇ ਨਾਲ ਸਹਿਮਤ ਨਹੀਂ। ਅਸਲ ਵਿੱਚ ਜਿਹੜਾ ਉਹ ਚੋਰ ਆ ਜਿਹੜੇ ਆਪਣੇ ਅੰਦਰੋਂ ਜਿਹੜੀ ਈਰਖਾ ਦਵੈਸ਼ ਆ ਇਹਨੂੰ ਚੁਰਾ ਲੈਂਦਾ। ਤਸਕਰ ਸੋਏ ਜੇ ਤਾਤ ਨਾ ਕਰੈ, ਇੰਦਰੀ ਕੈ ਜਤਨ ਨਾਮ ਉਚਰੈ। ਔਰ ਫਿਰ ਆਪਣੀ ਇੰਦਰੀਆਂ ਨੂੰ ਉਹ ਵਸ ਕਰਨ ਦਾ ਯਤਨ ਕਰਦਾ, ਉਸ ਮਾਲਕ ਦੀ ਸਿਫਤ ਸਲਾਹ ਕਰਦਾ ਹੋਇਆ, ਉਹਦਾ ਗੁਣਗਾਨ ਕਰਦਾ ਹੋਇਆ ਇਹਨਾਂ ਇੰਦਰੀਆਂ ਨੂੰ ਆਪਣੇ ਕੰਟਰੋਲ ਵਿੱਚ ਕਰ ਲੈਂਦਾ। ਫਿਰ ਕਹਿੰਦੇ ਆ ਕਿ ਇਹ ਕਰਕੇ ਉਸ ਪ੍ਰਭੂ ਨੂੰ ਧਿਆਉਂਦਾ, ਰੱਬੀ ਗੁਣਾਂ ਨੂੰ ਸਲਾਹੁੰਦਾ, ਉਹਨਾਂ ਗੁਣਾਂ ਨੂੰ ਅਪਣਾਉਂਦਾ, ਔਰ ਉਹਨਾਂ ਦੀ ਬਦੌਲਤ ਹੀ ਉਹ ਆਪਣੇ ਇਹਨਾਂ ਇੰਦਰੀਆਂ ਨੂੰ ਕਾਬੂ ਕਰਨ ਵਿੱਚ ਸਫਲ ਹੁੰਦਾ। ਫਿਰ ਕਹਿੰਦੇ ਆ, ਕਹੋ ਕਬੀਰ ਹਮ ਐਸੇ ਲਖਣ, ਧੰਨ ਗੁਰਦੇਵ ਰੂਪ ਵਿਚਖਣ। ਕਿ ਇਹੋ ਜਿਹੇ ਜਿਹੜੇ ਲੱਛਣ ਹੈਗੇ ਆ, ਜਿਹੜੇ ਸ਼ਬਦ ਵੀ ਦਰਸਾਏ ਹੋਏ ਆ, ਇਹ ਲੱਛਣ ਜਿਹੜੇ ਜਿਹਦੀ ਕਿਰਪਾ ਨਾਲ, ਰਹਿਮਤ ਨਾਲ ਮੈਂ ਅਪਣਾਏ ਆ, ਮੇਰੇ ਅੰਦਰ ਪੈਦਾ ਹੋਏ ਆ, ਉਹ ਸਾਡਾ ਜਿਹੜਾ ਸਤਿਗੁਰੂ ਆ, ਮਾਲਕ ਆ, ਉਹ ਧੰਨ ਆ, ਸ੍ਰੇਸ਼ਟ ਆ, ਮਹਾਨ ਆ, ਅਤ ਸੁੰਦਰ ਆ, ਸ੍ਰੇਸ਼ਟ ਆ, ਉਹ ਧੰਨਤਾ ਯੋਗ ਆ। ਹੁਣ ਜਿਹੜੇ ਸ਼ਬਦ ਵਿੱਚ ਜਿਹੜੇ ਸ਼ਬਦ ਵਰਤੇ ਗਏ ਆ, ਜੇ ਅਸੀਂ ਕੋਸ਼ ਦੇਖਾਂਗੇ, ਕਿਸੇ ਵੀ ਭਾਸ਼ਾ ਦੀ ਜਿਹੜੀ ਡਿਕਸ਼ਨਰੀ ਆ ਜਿਨ੍ਹਾਂ ਵਿੱਚ ਇਹਨਾਂ ਸ਼ਬਦਾਂ ਦਾ ਮੀਨਿੰਗ ਦਿੱਤਾ ਹੋਇਆ, ਉਹਨਾਂ ਵਿੱਚ ਇਹ ਮੀਨਿੰਗ ਨਹੀਂ ਹੋਊਗਾ। ਇਹ ਅਰਥ ਸਾਨੂੰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਮਿਲਣਗੇ, ਜਾਂ ਇਹਨਾਂ ਦੀ ਜਿਹੜੀ ਬਾਣੀ ਬਾਹਰ ਆ ਜਾ ਉਹਨਾਂ ਵਿੱਚੋਂ ਮਿਲਣਗੇ, ਪਰ ਕੋਸ਼ਾਂ ਵਿੱਚ ਸਾਨੂੰ ਇਹ ਅਰਥ ਨਹੀਂ ਮਿਲਣਗੇ।
ਠੀਕ। ਹੁਣ ਜੇਕਰ ਗੁਰਬਾਣੀ ਵਿੱਚੋਂ ਕੋਈ ਇਹ ਸ਼ਬਦ ਪੜ੍ਹ ਕੇ ਇਹ ਸਮਝ ਲਵੇ, ਭੁਲੇਖਾ ਖਾ ਜਾਵੇ ਕਿ ਕੂਟਣ ਜੀ ਦੱਲੇ ਨੂੰ ਕਹਿੰਦੇ ਆ, ਜਿਹੜਾ ਹਾਂਜੀ। ਨਿੰਦਤ ਦਲਾਲੀ ਕਰਨ ਵਾਲਾ, ਤਾਂ ਉਹ ਨਿਰਸੰਦੇਹ ਗੁੰਮਰਾਹ ਹੋਊਗਾ, ਉਹ ਗੁਰਬਾਣੀ ਨਾਲ ਨਿਆਂ ਨਹੀਂ ਕਰ ਸਕੂਗਾ। ਇਹ ਗੁਰਬਾਣੀ ਨਾਲ ਭਾਰੀ ਅਨਿਆਂ ਹੋਊਗਾ ਜੇਕਰ ਕੋਈ ਗੁਰਬਾਣੀ ਵਿੱਚੋਂ ਇਹ ਸ਼ਬਦ ਪੜ੍ਹ ਕੇ ਦੇਖ ਕੇ ਹੀ ਝੱਟ ਇਹ ਨਿਰਣਾ ਲੈ ਲਵੇ ਹਾਂਜੀ। ਕਿ ਦੇਖੋ ਜੀ ਇਹ ਗੁਰਬਾਣੀ ਵਿੱਚ ਆਖਿਆ ਹੋਇਆ, ਨਿਰਸੰਦੇਹ ਗੁਰਬਾਣੀ ਵਿੱਚ ਆਖਿਆ, ਪਰ ਗੁਰਬਾਣੀ ਵਿੱਚ ਇਹ ਕਿਸ ਭਾਵ-ਅਰਥ ਵਿੱਚ ਵਰਤਿਆ, ਹਾਂ, ਇਹ ਸਾਨੂੰ ਬਾਣੀ ਵਿੱਚੋਂ ਹੀ ਸਮਝਣਾ ਪਊ, ਕਿਸ ਕੰਟੈਕਸਟ ਵਿੱਚ ਆਇਆ। ਕਿਸ ਕੰਟੈਕਸਟ ਵਿੱਚ ਆਇਆ। ਔਰ ਫਿਰ ਦੂਜੀ ਗੱਲ ਹੈ ਕਿ ਗੁਰਬਾਣੀ ਵਿੱਚ ਜਿਹੜਾ ਇਹਨੂੰ ਕਿਸ ਭਾਵ-ਅਰਥ ਵਿੱਚ ਵਰਤਿਆ ਗਿਆ। ਕੁਝ ਸ਼ਬਦ ਹੁੰਦੇ ਆ ਕਿ ਜਿਨ੍ਹਾਂ ਦੇ ਇੱਕ ਤੋਂ ਵਧੇਕ ਅਰਥ ਹੁੰਦੇ ਆ। ਹਾਂਜੀ। ਗੁਰਬਾਣੀ ਵਿੱਚ ਵੀ ਐਸੇ ਬਹੁਤ ਸਾਰੇ ਸ਼ਬਦ ਆ ਜਿਨ੍ਹਾਂ ਦੇ ਇੱਕ ਤੋਂ ਵੱਧ ਅਰਥ ਆ, ਪਰ ਜਿਹੋ ਜਿਹਾ ਪ੍ਰਕਰਨ ਹੁੰਦਾ ਉਸ ਪ੍ਰਕਰਨ ਨਾਲ ਉਹਨਾਂ ਦਾ ਅਰਥ ਲਿਆ ਜਾਂਦਾ। ਕੋਈ ਸ਼ਬਦ ਐਸੇ ਵੀ ਆ ਕਿ ਜਿਹੜੇ ਦੂਜੀ ਭਾਸ਼ਾ ਵਿੱਚ ਉਹੀ ਸ਼ਬਦ ਕਿਸੇ ਹੋਰ ਅਰਥ ਵਿੱਚ ਵਰਤੇ ਜਾਂਦੇ ਆ। ਗੁਰਬਾਣੀ ਵਿੱਚ ਵੀ ਐਸੇ ਸ਼ਬਦ ਆ, ਪਰ ਅਸੀਂ ਇਸ ਵੇਲੇ ਜਿਹੜੇ ਮੁੱਖ ਰੂਪ ਵਿੱਚ ਅਸੀਂ ਇਸ ਪਹਿਲੂ ਦਾ ਜ਼ਿਕਰ ਨਹੀਂ ਕਰ ਰਹੇ। ਅਸੀਂ ਕੇਵਲ ਜਿਹੜਾ ਉਹ ਦੂਜਾ ਪਹਿਲੂ ਜਿਹੜਾ ਪਰਿਭਾਸ਼ਿਕ ਸ਼ਬਦਾਵਲੀ ਨਾਲ ਸੰਬੰਧਿਤ ਆ, ਅਸੀਂ ਵਿਸ਼ੇਸ਼ ਤੌਰ ਤੇ ਇਸ ਪਹਿਲੂ ਦਾ ਹੀ ਜ਼ਿਕਰ ਕਰ ਰਹੇ ਹਾਂ। ਇਸ ਕਰਕੇ ਅਸੀਂ ਜਿਹੜੇ ਦੂਜੇ ਪਹਿਲੂ ਆ ਅਸੀਂ ਉਹਨਾਂ ਦਾ ਇਸ ਸਮੇਂ ਜ਼ਿਕਰ ਨਹੀਂ ਕਰ ਰਹੇ, ਠੀਕ ਆ, ਤਾਂ ਕਿ ਜਿਹੜਾ ਅਸੀਂ ਆਪਣੇ ਸੀਮਤ ਸਮੇਂ ਵਿੱਚ ਘੱਟੋ ਘੱਟ ਇਹ ਜਿਹੜੀ ਗੱਲ ਆ ਆਪਣੇ ਦਰਸ਼ਕਾਂ ਤੱਕ ਜਿਹੜੀ ਆ ਉਹ ਸੌਖਿਆਂ ਸਪਸ਼ਟ ਰੂਪ ਵਿੱਚ ਪਹੁੰਚਾ ਸਕੀਏ। ਗੁਰਬਾਣੀ ਦੇ ਅਸੀਂ ਹੋਰ ਜਿਹੜੇ ਪਾਵਲ ਫਰਮਾਨ ਆ ਅਸੀਂ ਬਾਣੀ ਵਿੱਚੋਂ ਲੈਣੇ ਆ, ਤਾਂ ਕਿ ਹੋਰ ਜਿਹੜਾ ਬਰੀਫਲੀ ਅਸੀਂ ਲੈ ਲਈਏ। ਮੇਰੇ ਖਿਆਲ ਅਸੀਂ ਇਹ ਦੋ ਕਰ ਲਈਏ, ਹਾਂਜੀ, ਕਿਉਂਕਿ ਕੁਝ ਜਿਹੜੇ ਹੋਰ ਸ਼ਬਦ ਆ ਚੰਗੀ ਤਰ੍ਹਾਂ ਸਰੋਤਿਆਂ ਤੱਕ ਦਰਸ਼ਨਾਂ ਤੱਕ ਗੱਲ ਪਹੁੰਚਾਉਣ ਲਈ ਅਸੀਂ ਕੁਝ ਹੋਰ ਉਦਾਹਰਨਾਂ ਲੈਣੇ ਆ, ਤਾਂ ਕਿ ਜਿਹੜਾ ਇਹ ਪਾਕਾ ਹੋਰ ਚੰਗੀ ਤਰ੍ਹਾਂ ਸਪਸ਼ਟ ਹੋ ਸਕੇ। ਇਹ ਵਾਰ-ਵਾਰ ਸਵਾਲ ਅਸਲ ਚ ਆ ਰਹੇ ਆ ਕਿ ਦੇਖੋ ਜੀ ਬਾਣੀ ਵੀ ਤਾਂ ਇਹਦਾ ਇਹ ਕੋਸ਼ਾਂ ਵੀ ਤਾਂ ਅਰਥ ਲਿਖਿਆ ਹੋਇਆ, ਇਹਦੇ ਅਰਥ ਤਾਂ ਇੰਜ ਕੀਤੇ ਜਾ ਰਹੇ ਆ, ਤੁਸੀਂ ਅਰਥ ਲੈ ਰਹੇ ਹੋ, ਇਹ ਤੁਸੀਂ ਕਿੱਥੋਂ ਲੈ ਲਏ। ਅਸੀਂ ਫਿਰ ਸ਼ਬਦ ਦੁਹਰਾ ਰਹੇ ਹਾਂ ਕਿ ਜਿਹੜੀ ਜਿਸ ਸ਼ਬਦਾਵਲੀ ਦੀ ਆਪਾਂ ਗੱਲ ਕਰ ਰਹੇ ਹਾਂ, ਇਹ ਸ਼ਬਦਾਵਲੀ ਦਾ ਭਾਵ ਗੁਰਬਾਣੀ ਵਿੱਚੋਂ ਹੀ ਲੈਣਾ, ਗੁਰਬਾਣੀ ਵਿੱਚ ਹੀ ਦਰਸਾਇਆ ਹੋਇਆ, ਗੁਰਬਾਣੀ ਹੀ ਇਸ ਦੀ ਖੁਦ ਵਿਆਖਿਆ ਕਰਦੀ ਆ। ਔਰ ਗੁਰਬਾਣੀ ਦੀ ਵਿਆਖਿਆ ਜਿੰਨੀ ਸਪਸ਼ਟਤਾ ਨਾਲ ਗੁਰਬਾਣੀ ਵਿੱਚ ਆ, ਇੰਨੀ ਸਾਨੂੰ ਕਿਸੇ ਹੋਰ ਪਾਸਿਓਂ ਨਹੀਂ ਮਿਲਦੀ। ਇਸ ਲਈ ਮੇਰੇ ਖਿਆਲ ਆਪਾਂ ਦੂਜਾ ਜਿਹੜਾ ਐਪੀਸੋਡ ਆ ਆਪਾਂ ਜਾਰੀ ਰੱਖਾਂਗੇ, ਦੂਜੇ ਵੀ ਕੁਝ ਹੋਰ ਜਿਹੜੇ ਫਰਮਾਨ ਆ ਉਦਾਹਰਨਾਂ ਬਾਣੀ ਵਿੱਚੋਂ ਲੈ ਕੇ ਤਾਂ ਆਪਾਂ ਇਹ ਗੱਲ ਕਰਾਂਗੇ, ਤਾਂ ਕਿ ਇਹਨੂੰ ਹੋਰ ਸਪਸ਼ਟ ਰੂਪ ਵਿੱਚ ਜਿੰਨਾ ਕੁ ਆਪਾਂ ਯਤਨ ਕਰ ਸਕਦੇ ਹਾਂ ਅਸੀਂ ਦਰਸ਼ਕਾਂ ਨਾਲ ਇਹ ਪੱਖ ਜਿਹੜਾ ਉਹ ਸਾਂਝਾ ਕਰ ਸਕੀਏ। ਜੀ ਹਾਂਜੀ, ਬਿਲਕੁਲ ਠੀਕ ਆ। ਅਸੀਂ ਅੱਜ ਦਾ ਐਪੀਸੋਡ ਇੱਥੇ ਹੀ ਥੋੜਾ ਜਿਹਾ ਉਹਦੀ ਸਮਾਪਤੀ ਵੱਲ ਚੱਲਦੇ ਹਾਂ, ਪਰ ਕਈ ਵਾਰੀ ਅਸੀਂ ਇੱਕ ਲੈਂਗੁਏਜ, ਜਿੱਦਾਂ ਹੁਣ ਵੀ ਯੂਥ ਵਾਸਤੇ ਵੀ ਇੱਕ ਲੈਂਗੁਏਜ ਆਉਂਦੀ ਆ, ਜਿੱਦਾਂ ਅਸੀਂ ਮਾਊਸ ਕਹਿੰਦੇ ਆ, ਕੰਪਿਊਟਰ ਦੀ ਟਰਮੀਨੋਲੋਜੀ 'ਚ ਮਾਊਸ ਕੁਝ ਹੋਰ ਹੈ ਤੇ ਜਿਹੜਾ ਮਾਊਸ ਐਕਚੁਅਲ ਇੰਗਲਿਸ਼ ਵਿੱਚ ਹੈਗਾ ਉਹ ਕੁਝ ਹੋਰ ਹੈ। ਸੋ ਇਹ ਜਿਹੜੇ ਕਈ ਵਾਰੀ ਲੈਂਗੁਏਜ ਦੇ ਵਿੱਚ ਕਿਸ ਕੰਟੈਕਸਟ ਵਿੱਚ ਹੈ, ਔਰ ਕਈ ਵਾਰੀ ਉਸੇ ਪਰਟੀਕੂਲਰ ਫੀਲਡ ਦੀ ਟਰਮੀਨੋਲੋਜੀ ਆ। ਸੋ ਜਿੱਦਾਂ ਭਾਈ ਸਾਹਿਬ ਨੇ ਕਿਹਾ, ਅਸੀਂ ਅੱਜ ਦਾ ਇੱਥੇ ਕਰਕੇ ਅਸੀਂ ਐਸੇ ਨੂੰ ਹੀ ਅੱਗੇ ਕੰਟੀਨਿਊ ਕਰਾਂਗੇ, ਤਾਂ ਕਿ ਅਸੀਂ ਹੋਰ ਸ਼ਬਦਾਵਲੀ ਇਹਦੇ ਬਾਰੇ ਤੇ ਹੋਰ ਚੀਜ਼ਾਂ ਬਾਰੇ ਕਈ ਸ਼ਬਦ, ਈਵਨ ਕਈ ਥਾਂ ਤੇ ਮੈਟਾਫਰਸ ਬੜੇ ਯੂਜ਼ ਕੀਤੇ ਹੋਏ ਆ, ਉਹਨਾਂ ਬਾਰੇ ਵੀ ਅਸੀਂ ਗੱਲ ਕਰ ਚੁੱਕੇ ਹਾਂ ਅੱਗੇ ਆਲਰੇਡੀ, ਕਿ ਉਹ ਸ਼ਬਦਾਵਲੀ ਵਿੱਚ ਕਿਸ ਕੰਟੈਕਸਟ ਵਿੱਚ ਆਏ ਆ, ਕਿਸ ਪ੍ਰਕਰਨ ਵਿੱਚ ਆਏ ਆ, ਕਿਉਂਕਿ ਇਹ ਕੁਐਸਚਨ ਬਾਰ-ਬਾਰ ਉੱਠ ਕੇ ਆ ਰਿਹਾ ਸਾਡੇ ਕੋਲ, ਜਿੱਦਾਂ ਭਾਈ ਸਾਹਿਬ ਨੇ ਦੱਸਿਆ। ਇਸ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਇਹਨੂੰ ਜਿੰਨਾ ਮੈਕਸੀਮਮ ਅਸੀਂ ਕਲੈਰੀਫਾਈ ਕਰ ਸਕੀਏ ਉਨਾ ਬੈਟਰ ਹੋਏਗਾ। ਸੋ ਭਾਈ ਸਾਹਿਬ ਤੁਹਾਡਾ ਬਹੁਤ-ਬਹੁਤ ਥੈਂਕਸ, ਤੁਹਾਡਾ ਬਹੁਤ ਧੰਨਵਾਦ। ਸਾਰੇ ਸਰੋਤਿਆਂ ਨੂੰ, ਦੇਖਣ ਵਾਲਿਆਂ ਨੂੰ ਫਿਰ ਤੋਂ ਬੇਨਤੀ ਹੈ, ਇਹਨੂੰ ਅੱਗੇ ਫਾਰਵਰਡ ਕਰਿਆ ਕਰੋ, ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਐਂਡ ਸ਼ੇਅਰ ਕਰਿਆ ਕਰੋ। ਭਾਈ ਸਾਹਿਬ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।